ਹੈਲੋ ਫਰੈਂਡ, ਸਤਿ ਸ਼੍ਰੀ ਅਕਾਲ ਜੀ ਸਭ ਨੂੰ। ਮੈਂ ਨਵਦੀਪ ਕੌਰ ਤੁਹਾਡਾ ਸਭ ਦਾ ਸਵਾਗਤ ਕਰਦੀ ਹਾਂ ਤੁਹਾਡੇ ਫੇਵਰੇਟ ਚੈਨਲ ਗਿਲਸ ਮੈਂਟੋਰ ਆਨਲਾਈਨ ਈ ਲਰਨਿੰਗ ਦੇ ਉੱਤੇ। ਜਿਵੇਂ ਕਿ ਤੁਹਾਨੂੰ ਪਤਾ ਹੈ, ਆਪਣੇ ਬਾਇਓਲੋਜੀ ਦੇ ਲੈਕਚਰਸ ਚੱਲ ਰਹੇ ਨੇ। ਆਪਣਾ ਵਿਟਮਿਨਸ ਕਵਰ ਹੋ ਗਿਆ, ਡਿਜ਼ੀਜ਼ਸ, ਹਿਊਮਨ ਡਿਜ਼ੀਜ਼ਸ ਕਵਰ ਹੋ ਗਈਆਂ। ਆਈ ਹੋਪ ਤੁਸੀਂ ਉਹ ਵੀਡੀਓਜ਼ ਦੇਖ ਲਈਆਂ ਹੋਣਗੀਆਂ। ਕੱਲ੍ਹ ਆਪਾਂ ਹਿਊਮਨ ਡਿਜ਼ੀਜ਼ਸ ਕੀਤੀਆਂ ਸੀ, ਅੱਜ ਮੈਂ MCQs ਫਰੇਮ ਕਰਨੇ ਸੀ, ਬਟ ਉਹ ਕੱਲ੍ਹ ਹੀ ਕੀਤੀਆਂ ਨੇ ਹਾਲੇ, ਅਤੇ ਤੁਹਾਨੂੰ ਪਤਾ ਵੀ ਨਹੀਂ ਸੀ ਕਿ MCQs ਕਰਨੇ ਆ। ਅਗਲੇ ਲੈਕਚਰ ਦੇ ਵਿੱਚ ਕੋਸ਼ਿਸ਼ ਕਰੂੰ ਕਿ ਮੈਂ MCQs ਵਿਟਾਮਿਨਸ ਅਤੇ ਹਿਊਮਨ ਡਿਜ਼ੀਜ਼ਸ ਦੇ ਉੱਤੇ ਲੈ ਕੇ ਆਵਾਂ। ਜ਼ਿਆਦਾ ਤੋਂ ਜ਼ਿਆਦਾ MCQs ਆਪਾਂ ਡਿਸਕਸ ਕਰਾਂਗੇ, ਸੋ ਦੈਟ ਜੋ ਵੀ ਤੁਸੀਂ ਪੜ੍ਹਿਆ ਉਹ ਸਾਰਾ ਤੁਹਾਨੂੰ ਰਿਵਾਈਜ਼ ਹੋ ਜੇ। ਉਹਨੂੰ ਇੱਕ ਵਾਰ ਉਹ ਵੀਡੀਓਜ਼ ਨੂੰ ਜ਼ਰੂਰ ਦੇਖਣਾ ਅਤੇ ਉਹਨਾਂ ਨੂੰ ਯਾਦ ਕਰਨ ਦੀ ਕੋਸ਼ਿਸ਼ ਕਰਨੀ। ਉਹ ਸਾਰੇ ਬਹੁਤ ਇੰਪੋਰਟੈਂਟ ਡਿਜ਼ੀਜ਼ਸ ਨੇ, ਫੰਜਾਈ ਡਿਜ਼ੀਜ਼ਸ, ਪ੍ਰੋਟੋਜ਼ਰ ਡਿਜ਼ੀਜ਼ਸ, ਜੋ ਵੀ ਡਿਜ਼ੀਜ਼ਸ ਨੇ ਸਾਰੀਆਂ ਬਹੁਤ ਹੀ ਇੰਪੋਰਟੈਂਟ ਨੇ। ਉਹਨਾਂ ਨੂੰ ਸਾਰੀ ਉਹ ਵੀਡੀਓਜ਼ ਨੂੰ ਦੇਖਣਾ ਫਰੈਂਡਸ, ਅਤੇ ਯਾਦ ਕਰਨ ਦੀ ਕੋਸ਼ਿਸ਼ ਕਰਨਾ। ਅੱਜ ਆਪਾਂ ਕਰਾਂਗੇ ਬਲੱਡ ਬਾਰੇ। ਈਜ਼ੀ ਜਿਹਾ ਟੌਪਿਕ ਆ, ਬਿਲਕੁਲ ਹੀ ਛੋਟਾ ਜਿਹਾ। ਇਹਦੇ ਆਪਾਂ 2 ਪਾਰਟਸ ਕਰਾਂਗੇ। PDF ਬੜੀ ਲੰਬੀ ਹੈ ਇਹ। ਅੱਜ ਤਾਂ ਜੇ ਇੱਕ 'ਚ ਹੀ ਕਰਿਆ ਤਾਂ ਬਹੁਤ ਲੰਬਾ ਲੰਘ ਜਾਏਗਾ, ਇਸ ਕਰਕੇ ਆਪਾਂ ਅੱਜ ਅੱਧੀ ਕਰਾਂਗੇ, ਅੱਧੀ ਕੱਲ੍ਹ ਕਰਾਂਗੇ, ਸੋ ਦੈਟ ਤੁਹਾਨੂੰ ਸਮਝ ਆਉਣਾ ਚਾਹੀਦਾ। ਕਿਉਂਕਿ ਮੇਨ ਕੀ ਆ, ਸਮਝਣਾ ਜ਼ਰੂਰੀ ਹੁੰਦਾ, ਪੜ੍ਹਨਾ ਨਹੀਂ। ਪੜ੍ਹਨਾ ਉਦੋਂ ਤੱਕ ਪੜ੍ਹੋ ਜਿੰਨਾ ਟਾਈਮ ਤੁਹਾਨੂੰ ਸਮਝ ਆ ਰਿਹਾ। ਜਦੋਂ ਸਮਝ ਆਉਣਾ ਬੰਦ ਹੋ ਜਾਂਦਾ ਤਾਂ 5-10 ਮਿੰਟ ਥੋੜ੍ਹੀ ਰੈਸਟ ਕਰੋ, ਤਾਂ ਕਿ ਦਿਮਾਗ ਚੱਲਣਾ ਸਟਾਰਟ ਹੋ ਜੇ ਦੁਬਾਰਾ। ਫਿਰ ਆਪਣੇ ਵੀ ਮਾਈਂਡ ਦੀ ਕਪੈਸਿਟੀ ਹੁੰਦੀ ਆ, ਉਹ ਕਿਸੇ ਕਪੈਸਿਟੀ ਤੱਕ ਹੀ ਸਮਝ ਸਕਦਾ। ਸਾਰਾ ਦਿਨ ਆਪਾਂ ਕਿਤਾਬਾਂ ਨਾਲ ਨਹੀਂ ਮੱਥਾ ਮਾਰ ਸਕਦੇ, ਠੀਕ ਹੈ। ਇਸ ਕਰਕੇ ਆਪਾਂ ਜ਼ਿਆਦਾ ਨਹੀਂ ਕਰਾਂਗੇ। ਅੱਜ ਥੋੜ੍ਹਾ ਜਿਹਾ ਪਾਰਟ ਕਰਾਂਗੇ ਬਲੱਡ ਦਾ, ਬਟ ਜਿੰਨਾ ਵੀ ਕਰਾਂਗੇ ਤੁਹਾਨੂੰ ਸਮਝ ਆਏਗਾ। ਫਸਟ ਆਫ ਆਲ, ਵਾਟ ਇਜ਼ ਬਲੱਡ? ਬਲੱਡ ਤਾਂ ਤੁਹਾਨੂੰ ਪਤਾ ਹੀ ਹੈ ਕਿ ਹਰ ਹਿਊਮਨ ਬਾਡੀ ਦੇ ਵਿੱਚ ਹੁੰਦਾ, ਠੀਕ ਹੈ। ਬਲੱਡ ਦੇ ਬਿਨਾਂ ਆਪਣੀ ਬਾਡੀ ਚੱਲਦੀ ਹੋਈ ਨਹੀਂ ਹੈ। ਬਲੱਡ ਕੀ ਹੁੰਦਾ? ਬਲੱਡ ਇਜ਼ ਦਾ ਫਲੂਇਡ ਕਨੈਕਟਿਵ ਟਿਸ਼ੂ। ਤੁਹਾਨੂੰ ਸਭ ਨੂੰ ਪਤਾ ਹੀ ਹੋਣਾ ਕਿ ਆਪਣੇ ਜਿਹੜੀ ਬਾਡੀ ਹੈ, ਛੋਟੇ ਛੋਟੇ ਸੈਲਸ ਨੂੰ ਜੋੜ ਕੇ ਟਿਸ਼ੂ ਬਣਦਾ, ਠੀਕ ਹੈ। ਅਤੇ ਉਹ ਫਰਦਰ ਉਹਨਾਂ ਟਿਸ਼ੂਜ਼ ਨੂੰ ਜੋੜਨ ਵਾਸਤੇ ਇੱਕ ਕਨੈਕਟਿਵ ਟਿਸ਼ੂ ਹੁੰਦਾ। ਵਾਟ ਇਜ਼ ਦੈਟ ਕਨੈਕਟਿਵ ਟਿਸ਼ੂ? ਦੈਟ ਇਜ਼ ਦੀ ਬਲੱਡ। ਕੀ ਹੁੰਦਾ ਉਹ ਬਲੱਡ ਹੁੰਦਾ, ਜਿਹੜਾ ਟਿਸ਼ੂਜ਼ ਨੂੰ ਜੋੜਦਾ। ਉਹਨੂੰ ਕੀ ਕਿਹਾ ਜਾਂਦਾ? ਕਨੈਕਟਿਵ ਟਿਸ਼ੂ। ਉਹ ਕੀ ਹੁੰਦਾ? ਉਹ ਹੁੰਦਾ ਆਪਣਾ ਬਲੱਡ। ਮਤਲਬ ਨੋਰਮਲ ਜੀ ਸਿੱਧੀ ਜੀ ਗੱਲ ਦੱਸਾਂ ਮੈਂ ਤੁਹਾਨੂੰ, ਸਾਫ਼ ਜੀ ਲੈਂਗੁਏਜ ਦੇ ਵਿੱਚ, ਬਲੱਡ ਕੀ ਹੁੰਦਾ? ਬਲੱਡ ਇਜ਼ ਦਾ ਕਨੈਕਟਿਵ ਟਿਸ਼ੂ, ਫਲੂਇਡ ਕਨੈਕਟਿਵ ਟਿਸ਼ੂ, ਟਿਸ਼ੂਜ਼ ਨੂੰ ਜੋੜਦਾ ਹੈ। The quantity of our blood in the human body is 7% of the total weight। ਮਤਲਬ ਜਿੰਨੀ ਹਿਊਮਨ ਬਾਡੀ ਦੀ ਟੋਟਲ ਵੇਟ ਹੁੰਦੀ ਆ, ਠੀਕ ਹੈ, ਉਹਦੇ ਵਿੱਚੋਂ 7% ਬਲੱਡ ਪਾਇਆ ਜਾਂਦਾ। ਮਤਲਬ ਜੇ ਕੋਈ ਇਨਸਾਨ 50 ਕਿਲੋ ਦਾ ਤਾਂ ਉਹਦਾ 7% ਉਹਦੇ 'ਚ ਬਲੱਡ ਹੋਏਗਾ। ਓਕੇ। pH ਵੈਲਿਊ ਕਿੰਨੀ ਹੁੰਦੀ ਹੈ ਬਲੱਡ ਦੀ? 7.4। pH ਵੈਲਿਊ ਕਿੰਨੀ ਹੁੰਦੀ ਹੈ ਬਲੱਡ ਦੀ? 7.4। There is an average of 5 to 6 liters of blood in the human body। ਆਪਣੀ ਬਾਡੀ ਦੇ ਵਿੱਚ 5 ਤੋਂ 6 ਲੀਟਰ ਬਲੱਡ ਪਾਇਆ ਜਾਂਦਾ। ਕਿੰਨਾ ਹੁੰਦਾ? 5 ਤੋਂ 6 ਲੀਟਰ। ਫਰੈਂਡਸ, ਇਹ ਸਾਰੇ ਕੁਐਸਚਨਸ ਨੇ, ਇਹਨਾਂ ਨੂੰ ਲਾਈਟਲੀ ਨਹੀਂ ਲੈ ਕੇ ਜਾਣਾ। ਇਹ ਇੱਕ ਇੱਕ ਲਾਈਨ ਦੇ ਅੰਦਰ ਕੁਐਸਚਨਸ ਛਿਪੇ ਹੋਏ ਨੇ, ਕਿਉਂਕਿ ਪੇਪਰ ਦੇ ਵਿੱਚ ਉਹ ਕੁਛ ਵੀ ਪੁੱਛ ਸਕਦਾ ਹੁੰਦਾ ਐਗਜ਼ਾਮੀਨਰ। ਫੀਮੇਲ ਕੰਟੇਨਸ ਹਾਫ ਲੀਟਰ ਆਫ ਬਲੱਡ ਲੈਸ ਦੈਨ ਇਨ ਕੰਪੈਰੀਜ਼ਨ ਟੂ ਮੇਲ। ਸਿੱਧਾ ਜਾਂ ਇਹਨੂੰ ਨਾਰਮਲੀ ਦੇਖੀਏ ਤਾਂ ਇਹ ਬਣੂਗਾ ਕਿ ਜਿਹੜੀ ਫੀਮੇਲਸ ਹੁੰਦੀਆਂ ਨੇ ਉਹਨਾਂ ਵਿੱਚ ਜਿਹੜਾ ਬਲੱਡ ਹੁੰਦਾ ਉਹ ਐਜ਼ ਕੰਪੈਰੀਜ਼ਨ ਟੂ ਮੇਲ ਅੱਧਾ ਲੀਟਰ ਘੱਟ ਹੁੰਦਾ, ਠੀਕ ਹੈ। ਇਟ ਆਲਸੋ ਫਾਈਟ ਇਨਫੈਕਸ਼ਨ ਐਂਡ ਰੈਗੂਲੇਟਸ ਦੀ ਟੈਂਪਰੇਚਰ। ਇਹ ਟੈਂਪਰੇਚਰ ਨੂੰ ਆਪਣੀ ਬਾਡੀ ਦੇ ਵਿੱਚ ਮੇਨਟੇਨ ਕਰਨ 'ਚ ਹੈਲਪ ਕਰਦਾ, ਅਤੇ ਇਨਫੈਕਸ਼ਨਸ ਨੂੰ ਫਾਈਟ ਕਰਨ 'ਚ ਵੀ ਆਪਣੀ ਹੈਲਪ ਕਰਦਾ। ਓਕੇ, ਇਹ ਸੀ 4-5 ਮਤਲਬ 6 ਲਾਈਨਸ ਨੇ। 6 ਲਾਈਨਸ ਦੇ ਅੰਦਰ 6 ਕੁਐਸਚਨਸ ਨੇ, ਐਵੇਂ ਮੰਨ ਕੇ ਚੱਲੋ, ਠੀਕ ਹੈ। ਐਗਜ਼ਾਮੀਨਰ ਪੁੱਛ ਸਕਦਾ ਕਿ ਕਨੈਕਟਿਵ ਟਿਸ਼ੂ ਕਿਹੜਾ ਹੁੰਦਾ? ਫਲੂਇਡ ਕਨੈਕਟਿਵ ਟਿਸ਼ੂ, ਦੈਟ ਇਜ਼ ਬਲੱਡ, ਠੀਕ ਹੈ। ਉਹ ਪੁੱਛ ਸਕਦਾ ਕਿ ਆਪਣੀ ਹਿਊਮਨ ਬਾਡੀ ਦੇ ਵਿੱਚ ਕਿੰਨਾ % ਬਲੱਡ ਹੁੰਦਾ? ਵੇਟ, ਟੋਟਲ ਵੇਟ ਦਾ ਕਿੰਨਾ? 7%। pH ਵੈਲਿਊ ਕਿੰਨੀ ਹੁੰਦੀ ਆ ਬਲੱਡ ਦੀ? 7.4। ਉਹ ਪੁੱਛ ਸਕਦਾ ਕਿ ਆਪਣੀ ਬਾਡੀ ਦੇ ਵਿੱਚ ਕਿੰਨੇ ਲੀਟਰਸ ਦਾ ਬਲੱਡ ਹੁੰਦਾ? 5 to 6 ਲੀਟਰਸ, ਠੀਕ ਹੈ। ਉਹ ਪੁੱਛ ਸਕਦਾ ਕਿ ਹਾਫ ਲੀਟਰ ਬਲੱਡ ਕਿਹਦੇ ਵਿੱਚ ਘੱਟ ਹੁੰਦਾ? ਕਿਹਦੇ ਨਾਲੋਂ ਘੱਟ ਹੁੰਦਾ? ਸੋ ਕਿਹਦਾ ਘੱਟ ਹੁੰਦਾ? ਫੀਮੇਲ ਦਾ ਘੱਟ ਹੁੰਦਾ ਐਜ਼ ਕੰਪੈਰੀਜ਼ਨ ਟੂ ਮੇਲ, ਠੀਕ ਹੈ। ਬਲੱਡ ਸੈਲਸ ਆਰ ਪ੍ਰੋਡਿਊਸਡ ਇਨ ਬੋਨ ਮੈਰੋ। ਬੋਨ ਮੈਰੋ ਪਤਾ ਕੀ ਹੁੰਦਾ? ਬੋਨ ਮੈਰੋ ਇੱਕ ਸਪੰਜੀ ਜਿਹਾ ਟਿਸ਼ੂ ਹੁੰਦਾ, ਠੀਕ ਹੈ, ਬਿਲਕੁਲ ਭੋਲਾ ਭੋਲਾ ਜਿਹਾ ਸਪੰਜ ਦੀ ਤਰ੍ਹਾਂ। ਉਹਦੇ ਵਿੱਚ ਬਲੱਡ ਸੈਲਸ ਪ੍ਰੋਡਿਊਸ ਹੁੰਦੇ ਨੇ।
ਮੇਨਲੀ ਬੋਨ ਮੈਰੋ ਕਿਹਨੂੰ ਕਿਹਾ ਜਾਂਦਾ, ਇੱਕ ਟਿਸ਼ੂ ਨੂੰ ਕਿਹਾ ਜਾਂਦਾ ਸਪੰਜੀ ਟਾਈਪ। ਉਹਦੇ ਵਿੱਚ ਕੀ ਹੁੰਦਾ, ਕੀ ਆ ਜਾਂਦੇ ਉਹਦੇ ਵਿੱਚ ਆਪਣੇ ਵਰਟੇਬਰੇ, ਰਿਬਸ, ਹਿਪਸ, ਸਕਲ ਤੇ ਸਟਰਨਮ ਆ ਜਾਂਦਾ। ਰਿਬਸ, ਹਿਪਸ, ਸਕਲ ਤੇ ਸਟਰਨਮ ਬੋਨ ਮੈਰੋ ਦੇ ਵਿੱਚ ਇਹ ਆ ਜਾਂਦੀਆਂ ਨੇ। ਇਹਨਾਂ ਦੇ ਵਿੱਚ ਬਲੱਡ ਦੀ ਟ੍ਰਾਂਸਫਰ ਹੁੰਦੀ ਹੈ, ਬਟ ਬਲੱਡ ਸੈਲਸ ਪ੍ਰੋਡਿਊਸ ਹੁੰਦੇ ਨੇ ਇਹਨਾਂ ਦੇ ਵਿੱਚ, ਠੀਕ ਹੈ। These essential blood cells fight infection, carry oxygen and help control bleeding, ठीक है। ये वाले ਜਿਹੜੇ essential blood cells ਹੁੰਦੇ ਨੇ ਇਹ ਇਨਫੈਕਸ਼ਨ ਨੂੰ ਫਾਈਟ ਕਰਨ 'ਚ ਹੈਲਪ ਕਰਦੇ ਨੇ, ਆਕਸੀਜਨ ਕੈਰੀ ਕਰਨ 'ਚ ਹੈਲਪ ਕਰਦੇ ਨੇ ਤੇ ਬਲੀਡਿੰਗ ਨੂੰ, ਖੂਨ ਦੇ ਵਗਣ ਨੂੰ ਰੋਕਦੇ ਨੇ। ਬਲੱਡ ਦੇ 4 ਕੰਪੋਨੈਂਟਸ ਹੁੰਦੇ ਆ, ਠੀਕ ਹੈ। ਪਲਾਜ਼ਮਾ, ਰੈੱਡ ਬਲੱਡ ਸੈਲਸ, ਵਾਈਟ ਬਲੱਡ ਸੈਲਸ, ਪਲੇਟਲੈਟਸ। ਰੈੱਡ ਬਲੱਡ ਸੈਲਸ ਮਤਲਬ ਤੁਹਾਨੂੰ ਪਤਾ ਹੀ ਹੈ ਕਿ ਜਦੋਂ ਆਪਣੇ ਸੱਟ ਲੱਗਦੀ ਹੈ ਤਾਂ ਰੈੱਡ ਕਲਰ ਦਾ ਖੂਨ ਨਿਕਲਦਾ ਹੁੰਦਾ, ਠੀਕ ਹੈ। ਤੇ ਵਾਟ ਆਰ ਦੈਟ ਵਾਈਟ ਬਲੱਡ ਸੈਲਸ, ਪਲੇਟਲੈਟਸ ਤੇ ਪਲਾਜ਼ਮਾ। ਇਹਨਾਂ ਬਾਰੇ ਤਾਂ ਆਪਾਂ ਨੂੰ ਪੜ੍ਹਿਆ ਨਹੀਂ ਨਾ, ਆਪਾਂ ਨੂੰ ਨਹੀਂ ਪਤਾ ਕਿ ਇਹ ਕੀ ਹੁੰਦੇ ਆ। ਅੱਜ ਆਪਾਂ ਇਹ ਵੀਡੀਓ ਦੇ ਵਿੱਚ ਸਭ ਕੁਝ ਪੜ੍ਹ ਲਾਂਗੇ ਤੇ ਆਪਾਂ ਨੂੰ ਪਤਾ ਲੱਗ ਜੂਗਾ ਕਿ ਕਿਹੜੇ ਆਪਣੇ ਲਈ ਕਿੰਨੇ ਇੰਪੋਰਟੈਂਟ ਹੁੰਦੇ ਆ, ਕਿਹੜੇ ਕਿੰਨੇ ਦਿਨਾਂ ਲਈ ਜਿਉਂਦੇ ਰਹਿੰਦੇ ਆ, ਕਿਹੜੇ ਕਿੰਨੇ ਦਿਨਾਂ ਬਾਅਦ ਬਣਦੇ ਆ। ਇਹ ਸਭ ਕੁਝ ਇਹ ਵੀਡੀਓ 'ਚ ਆਪਾਂ ਕਵਰ ਕਰਾਂਗੇ। ਸਭ ਤੋਂ ਪਹਿਲਾਂ ਆਪਾਂ ਕਵਰ ਕਰਨ ਜਾ ਰਹੇ ਹਾਂ ਪਲਾਜ਼ਮਾ। ਪਲਾਜ਼ਮਾ ਕੀ ਹੁੰਦਾ, ਪਲਾਜ਼ਮਾ ਇਜ਼ ਦੀ ਲਿਕੁਇਡ ਪੋਰਸ਼ਨ ਆਫ ਦੀ ਬਲੱਡ, ਠੀਕ ਹੈ। ਜਿਹੜਾ ਬਲੱਡ ਦਾ ਲਿਕੁਇਡ ਪੋਰਸ਼ਨ ਹੁੰਦਾ ਨਾ ਉਹ ਹੁੰਦਾ ਪਲਾਜ਼ਮਾ। ਇਹਦੇ ਵਿੱਚ ਕੀ ਹੁੰਦਾ, ਪਲਾਜ਼ਮਾ ਦੇ ਵਿੱਚ 92% ਵਾਟਰ ਹੁੰਦਾ, ਠੀਕ ਹੈ। ਮਤਲਬ ਖੂਨ ਦੇ ਵਿੱਚ ਪਲਾਜ਼ਮਾ ਹੁੰਦਾ, ਪਲਾਜ਼ਮਾ ਦੇ ਵਿੱਚ ਕੀ ਹੁੰਦਾ 92% ਵਾਟਰ ਹੁੰਦਾ, ਓਕੇ। ਜਿਹੜਾ ਕਿ ਆਪਣੇ ਟੋਟਲ ਬਲੱਡ ਦਾ 55% ਹੁੰਦਾ। 2 ਕੁਐਸਚਨਸ ਬਣਨਗੇ ਕਿ ਪਲਾਜ਼ਮਾ ਦੇ ਵਿੱਚ ਕਿੰਨੇ % ਪਾਣੀ ਹੁੰਦਾ, ਕਿੰਨਾ ਹੁੰਦਾ 92%, ਤੇ ਪਲਾਜ਼ਮਾ ਆਪਣੇ ਬਲੱਡ ਵੋਲੀਅਮ ਦਾ ਕਿੰਨਾ % ਹੁੰਦਾ 55%। ਸਮਝ ਲੱਗੀ ਨਾ। ਪਲਾਜ਼ਮਾ ਦੇ ਫੰਕਸ਼ਨਸ ਕੀ ਹੁੰਦੇ ਆ, ਪਲਾਜ਼ਮਾ ਦੇ ਕੰਮ ਕੀ ਹੁੰਦੇ ਆ, ਮੇਨਟੇਨਿੰਗ ਅ ਸੈਟਿਸਫੈਕਟਰੀ ਬਲੱਡ ਪ੍ਰੈਸ਼ਰ। ਆਪਣੀ ਬਾਡੀ ਦੇ ਵਿੱਚ ਇਹ ਬਲੱਡ ਪ੍ਰੈਸ਼ਰ ਨੂੰ ਮੇਨਟੇਨ ਕਰਕੇ ਰੱਖਦਾ। ਵੋਲੀਅਮ ਟੂ ਸਪਲਾਈ ਕ੍ਰਿਟੀਕਲ ਪ੍ਰੋਟੀਨਸ ਫॉर ਬਲੱਡ ਕਲੌਟਿੰਗ ਐਂਡ ਇਮਿਊਨਿਟੀ। ਆਪਣੀ ਇਮਿਊਨਿਟੀ ਸਿਸਟਮ ਨੂੰ ਵਧੀਆ ਕਰਨ ਲਈ ਇਹ ਸਪਲਾਈ ਕਰਦਾ ਪ੍ਰੋਟੀਨਸ ਨੂੰ, ਤੇ ਬਲੱਡ ਕਲੌਟਿੰਗ ਨੂੰ ਵੀ ਰੋਕਦਾ ਹੈ, ਓਕੇ। ਮੀਡੀਅਮ ਟੂ ਐਕਸਚੇਂਜ ਵਾਈਟਲ ਮਿਨਰਲਸ ਸਚ ਐਜ਼ ਸੋਡੀਅਮ ਐਂਡ ਪੋਟਾਸ਼ੀਅਮ। ਮਤਲਬ ਇਹ ਇੱਕ ਮੀਡੀਅਮ ਹੁੰਦਾ ਜਿਹਦੇ ਵਿੱਚ ਸੋਡੀਅਮ ਤੇ ਪੋਟਾਸ਼ੀਅਮ ਦੋਨੋਂ ਐਕਸਚੇਂਜ ਹੁੰਦੇ ਆ। ਹੈਲਪ ਟੂ ਮੇਨਟੇਨ ਪ੍ਰੋਪਰ pH ਐਸਿਡ ਬੇਸ ਬੈਲੈਂਸ ਇਨ ਆਰ ਬੋਡੀ ਵਿਚ ਇਜ਼ ਕ੍ਰਿਟੀਕਲ ਟੂ ਸੈਲ ਫੰਕਸ਼ਨ। ਆਪਣੀ ਬੋਡੀ ਦੀ pH ਮੇਨਟੇਨ ਕਰਕੇ ਰੱਖਦਾ ਹੈ, ਐਸਿਡਿਟੀ, ਬੇਸਿਸਿਟੀ, ਉਹਨੂੰ ਸਭ ਕੁਝ ਨੂੰ ਆਪਣੀ ਬਾਡੀ ਦੇ ਵਿੱਚ ਇਹ ਮੇਨਟੇਨ ਕਰਕੇ ਰੱਖਦਾ। ਪਹਿਲਾਂ ਆਪਾਂ ਪਲਾਜ਼ਮਾ ਕੀਤਾ, ਹੁਣ ਆਪਾਂ ਕਰਾਂਗੇ ਰੈੱਡ ਬਲੱਡ ਸੈਲਸ। 4 ਕੰਪੋਨੈਂਟਸ ਨੇ, 4 ਦੇ ਚਾਰੋਂ ਪੜਾਂਗੇ। ਰੈੱਡ ਬਲੱਡ ਸੈਲਸ ਕੀ ਕਰਦੇ ਆ, ਇਹ ਆਕਸੀਜਨ ਕੈਰੀ ਕਰਦੇ ਆ। ਇਹਨਾਂ ਦੇ ਮੇਨ ਫੰਕਸ਼ਨਸ ਯਾਦ ਰੱਖਣੇ ਆ ਫਰੈਂਡਸ, ਪਲੇਟਲੈਟਸ ਦੇ, ਰੈੱਡ ਬਲੱਡ ਸੈਲਸ ਦੇ, ਵਾਈਟ ਬਲੱਡ ਸੈਲਸ ਦੇ, ਪਲਾਜ਼ਮਾ ਦੇ। ਆਪਾਂ ਪਿੱਛੇ ਜਦੋਂ ਕਰ ਲਿਆ ਰਿਵਾਈਜ਼ ਕਰਾਂਗੇ। ਰੈੱਡ ਬਲੱਡ ਸੈਲਸ ਕੀ ਹੁੰਦੇ ਆ, ਰੈੱਡ ਬਲੱਡ ਸੈਲਸ ਆਰ ਡਿਸਕ ਸ਼ੇਪਡ। ਇਹਨਾਂ ਦੇ ਵਿੱਚ ਕੀ ਹੁੰਦਾ, ਹੈਮੋਗਲੋਬਿਨ। ਰੈੱਡ ਬਲੱਡ ਸੈਲਸ ਦੇ ਵਿੱਚ ਕੀ ਹੁੰਦਾ, ਹੈਮੋਗਲੋਬਿਨ। ਹੈਮੋ ਮੀਨਸ ਆਇਰਨ, ਮਤਲਬ ਕਿ ਰੈੱਡ ਬਲੱਡ ਸੈਲਸ ਦੇ ਵਿੱਚ ਆਪਣੇ ਕੋਲ ਆਇਰਨ ਹੁੰਦਾ। ਜਦੋਂ ਆਪਣੀ ਬਾਡੀ ਦੇ ਵਿੱਚ ਆਇਰਨ ਦੀ ਕਮੀ ਹੋ ਜਾਂਦੀ ਹੈ, ਇਟ ਮੀਨਸ ਰੈੱਡ ਬਲੱਡ ਸੈਲਸ ਦੀ ਕਮੀ ਹੋ ਜਾਂਦੀ ਹੈ, ਓਕੇ। Hemoglobin enables the cells to pick up and deliver oxygen to all parts of the body, then pick up the carbon dioxide and remove it from the tissues. Hemoglobin ਦਾ ਕੀ ਕੰਮ ਹੁੰਦਾ, ਨੋਰਮਲ ਜਾਂ ਈਜ਼ੀ ਜਿਹਾ ਹੀ ਆ। ਇਹ ਜਿਹੜੇ ਸੈਲਸ ਹੋਣਗੇ ਨਾ ਉਹ ਕੀ ਕਰਨਗੇ, ਆਕਸੀਜਨ ਲੈ ਲੈਣਗੇ। ਜਦੋਂ ਆਪਾਂ ਸਾਹ ਲੈਂਦੇ ਹਾਂ, ਆਕਸੀਜਨ ਲੈਂਦੇ ਹਾਂ ਨਾ, ਤਾਂ ਆਪਣੇ ਜਿਹੜੇ ਸੈਲਸ ਨੇ ਉਹ ਕੰਮ ਕਰ ਰਹੇ ਹੁੰਦੇ ਨੇ ਆਪਣੀ ਬਾਡੀ ਦੇ ਵਿੱਚ, ਉਹ ਆਕਸੀਜਨ ਲੈਂਦੇ ਨੇ। ਆਕਸੀਜਨ ਨੂੰ ਉਹ ਬਾਡੀ ਦੇ ਸਾਰੇ ਪਾਰਟਸ ਦੇ ਵਿੱਚ ਡਿਲੀਵਰ ਕਰ ਦਿੰਦੇ ਹੁੰਦੇ ਨੇ। ਦੈਨ ਫਿਰ ਕੀ ਕਰਦੇ ਨੇ, ਉੱਥੋਂ ਕਾਰਬਨ ਡਾਈਆਕਸਾਈਡ ਲੈਂਦੇ ਆ ਅਤੇ ਬਾਹਰ ਕੱਢ ਦਿੰਦੇ ਆ। ਸਾਹ ਲੈਣ ਦੇ ਟਾਈਮ ਆਪਾਂ ਆਕਸੀਜਨ ਲੈਂਦੇ ਹਾਂ, ਕਾਰਬਨ ਡਾਈਆਕਸਾਈਡ ਬਾਹਰ ਕੱਢਦੇ ਹਾਂ, ਠੀਕ ਹੈ। ਮਤਲਬ ਇਹ ਪ੍ਰੋਸੈਸ ਇੰਨੀ ਜ਼ਿਆਦਾ ਫਾਸਟ ਹੁੰਦੀ ਹੈ ਕਿ ਆਪਾਂ ਨੂੰ ਬਿਲਕੁਲ ਨਹੀਂ ਪਤਾ ਚੱਲਦੀ। ਹੁਣ ਵੀ ਆਪਾਂ ਸਾਹ ਲੈ ਰਹੇ ਹਾਂ, ਜਦੋਂ ਅੰਦਰ ਜਾਂਦਾ ਸਾਹ ਤਾਂ ਆਕਸੀਜਨ ਜਾ ਰਹੀ ਹੈ, ਬਾਹਰ ਕਾਰਬਨ ਡਾਈਆਕਸਾਈਡ ਕੱਢ ਰਹੇ ਹਾਂ, ਬਟ ਆਪਾਂ ਨੂੰ ਨਹੀਂ ਪਤਾ ਕਿ ਸੈਲਸ ਇੰਨੀ ਜ਼ਿਆਦਾ ਫਾਸਟ ਇਹਨਾਂ ਦੀ ਪ੍ਰੋਸੈਸਿੰਗ ਹੁੰਦੀ ਹੈ ਕਿ ਆਕਸੀਜਨ ਨੂੰ ਸਾਰੀ ਬਾਡੀ ਪਾਰਟਸ ਤੱਕ ਪਹੁੰਚਾਉਂਦੇ ਹੁੰਦੇ ਨੇ ਅਤੇ ਕਾਰਬਨ ਡਾਈਆਕਸਾਈਡ ਨੂੰ ਬਾਡੀ ਪਾਰਟਸ ਤੋਂ ਕੱਢ ਦਿੰਦੇ ਹੁੰਦੇ ਆ, ਠੀਕ ਹੈ। ਜਿਹੜੀ ਲਾਈਫ ਸਪੈਨ ਹੁੰਦੀ ਆ ਰੈੱਡ ਬਲੱਡ ਸੈਲਸ ਦੀ ਕਿੰਨੀ ਹੁੰਦੀ ਹੈ, 20 to 120 ਡੇਜ਼। ਦੈਨ ਬ੍ਰੋਕਨ ਇਨਟੂ, ਫਿਰ ਇਹ ਟੁੱਟ ਜਾਂਦੇ ਆ ਇਨਟੂ ਪਿਗਮੈਂਟਸ। ਲਾਈਕ ਕਿਹੜੇ ਪਿਗਮੈਂਟਸ, ਬਿਲੀਰੂਬਿਨ ਅਤੇ ਬਿਲੀਵਰਡਿਨ। ਕਿਹੜੇ ਪਿਗਮੈਂਟਸ ਦੇ ਵਿੱਚ ਟੁੱਟ ਜਾਂਦੇ ਆ, ਬਿਲੀਰੂਬਿਨ ਅਤੇ ਬਿਲੀਵਰਡਿਨ। ਇਹਦੀ ਲਾਈਫ ਸਪੈਨ ਯਾਦ ਰੱਖਿਓ 20 to 120 ਡੇਜ਼, 20 ਤੋਂ
ਸੋ ਵੀ ਜਿਉਂਦੇ ਰਹਿੰਦੇ ਆ, ਉਸ ਤੋਂ ਬਾਅਦ ਮਰ ਜਾਂਦੇ ਆ, ਫਿਰ ਨਵੇਂ ਫਿਰ ਪ੍ਰੋਡਿਊਸ ਹੁੰਦੇ ਆ। ਦੋ ਪਾਰਟਸ ਦੇ ਵਿੱਚ ਇਹ ਡਿਵਾਈਡ ਹੋ ਜਾਂਦੇ ਆ, ਕਿਹੜੇ ਬਿਲਰੂਬਿਨ ਤੇ ਬਿਲੀਵਰਡਿਨ। ਇਟਸ ਡਿਸਟਰਕਸ਼ਨ, ਇਹਦੀ ਡਿਸਟਰਕਸ਼ਨ ਆ ਜਿਹੜੀ ਉਹ ਕਿੱਥੇ ਹੁੰਦੀ ਆ, ਟੇਕਸ ਪਲੇਸ ਇਨ ਦੀ ਲੀਵਰ ਐਂਡ ਸਪਲੀਨ। ਸਪਲੀਨ ਆਪਣੇ ਨਾ ਲੀਵਰ ਕੋਲੇ ਛੋਟਾ ਜਿਹਾ ਪਾਰਟ ਹੁੰਦਾ। therefore ਲੀਵਰ ਇਜ਼ ਕਾਲਡ ਦੀ ਗ੍ਰੇਵ ਆਫ RBC। ਇਸ ਕਰਕੇ ਲੀਵਰ ਨੂੰ ਕੀ ਕਿਹਾ ਜਾਂਦਾ, ਗ੍ਰੇਵ ਆਫ RBC, ਮਤਲਬ ਜਿੱਥੇ RBC ਹੁੰਦੇ ਆ। RBC ਇਜ਼ ਵਾਟ, ਰੈਡ blood cells। they are made in the bone marrow। bone marrow ਦੇ ਵਿੱਚ ਬਣਦੇ ਹੁੰਦੇ ਆ। ਆਪਾਂ ਸਭ ਤੋਂ ਪਹਿਲਾਂ ਹੀ ਪੜ੍ਹ ਲਿਆ ਸੀ ਕਿ ਸਾਰੇ ਬਲੱਡ ਸੈਲਸ ਜਿਹੜੇ ਆ ਉਹ ਬੋਨ ਮੈਰੋ ਦੇ ਵਿੱਚ ਬਣਦੇ ਹੁੰਦੇ ਆ। they have no nucleus, ਇਹਨਾਂ ਕੋਲੇ ਕੋਈ ਨਿਊਕਲੀਅਸ ਨਹੀਂ ਹੁੰਦਾ। NB ਆਕਸੀ ਹੈਮੋਗਲੋਬਿਨ, ਆਕਸੀਜਨ ਰਿਚ ਹੈਮੋਗਲੋਬਿਨ। ਡੀਆਕਸੀ ਹੈਮੋਗਲੋਬਿਨ, ਲੋ ਆਕਸੀ ਹੈਮੋਗਲੋਬਿਨ। ਮਤਲਬ ਜਿਹੜੇ ਤਾਂ NB ਆਕਸੀ ਹੈਮੋਗਲੋਬਿਨ ਹੁੰਦੇ ਨੇ ਉਹਨਾਂ ਦੇ ਵਿੱਚ ਆਕਸੀਜਨ ਜ਼ਿਆਦਾ ਹੁੰਦੀ ਆ, ਅਤੇ ਜਿਹੜੇ ਡੀ ਹੈਮੋਗਲੋਬਿਨ ਹੁੰਦੇ ਨੇ ਉਹਨਾਂ ਦੇ ਵਿੱਚ ਆਕਸੀਜਨ ਘੱਟ ਹੁੰਦੀ ਆ। ਠੀਕ ਹੈ, ਅੱਗੇ ਆ ਗਿਆ ਆਪਣੇ ਕੋਲੇ ਵਾਈਟ ਬਲੱਡ ਸੈਲਸ। ਵਾਈਟ ਬਲੱਡ ਸੈਲਸ ਕੀ ਕਰਦੇ ਆ, ਡਿਫੈਂਡ ਬੋਡੀ, ਮਤਲਬ ਇਹ ਫਾਈਟਰ ਹੁੰਦੇ ਆ। ਆਪਣੀ ਬਾਡੀ ਦੇ ਵਿੱਚ ਜਿੰਨੀਆਂ ਵੀ ਬਿਮਾਰੀਆਂ ਵਗੈਰਾ ਲੱਗਦੀਆਂ ਨੇ ਉਹਨਾਂ ਨਾਲ ਲੜਨ ਵਾਸਤੇ ਆਪਾਂ ਨੂੰ ਜ਼ਿਆਦਾ ਵਾਈਟ ਬਲੱਡ ਸੈਲਸ ਦੀ ਲੋੜ ਹੁੰਦੀ ਆ। ਠੀਕ ਹੈ, ਵਾਈਟ ਬਲੱਡ ਸੈਲਸ ਆਲਸੋ ਕਾਲ ਲਿਊਕੋਸਾਈਟਸ। ਕੀ ਕਹਿੰਦੇ ਆ ਇਹਨਾਂ ਨੂੰ, ਲਿਊਕੋਸਾਈਟਸ। ਵਾਈਟ ਸੈਲਸ ਆਰ ਦ ਬੋਡੀਜ਼ ਪ੍ਰਾਇਮਰੀ ਡਿਫੈਂਸ ਅਗੇਂਸਟ ਇਨਫੈਕਸ਼ਨ। ਇਨਫੈਕਸ਼ਨ ਦੇ ਅਗੇਂਸਟ ਇਹ ਸਭ ਤੋਂ ਵਧੀਆ ਹੁੰਦੇ ਆ, ਇਹਨਾਂ ਦੀ ਹੀ ਲੋੜ ਹੁੰਦੀ ਆ ਆਪਾਂ ਨੂੰ। ਦੇ ਕੈਨ ਮੂਵ ਆਊਟ ਆਫ ਦੀ ਬਲੱਡ ਸਟਰੀਮ ਐਂਡ ਰੀਚ ਟਿਸ਼ੂਜ਼ ਟੂ ਫਾਈਟ ਇਨਫੈਕਸ਼ਨ। ਮਤਲਬ ਇਹ ਆਪਣੀ ਬਾਡੀ ਦੇ ਵਿੱਚ ਜਦੋਂ ਕਿਤੇ ਇਨਫੈਕਸ਼ਨ ਹੁੰਦੀ ਹੈ ਉੱਥੇ ਜ਼ਿਆਦਾ ਇਕੱਠੇ ਹੋ ਜਾਂਦੇ ਆ ਅਤੇ ਉੱਥੋਂ ਫਿਰ ਇਹ ਇਨਫੈਕਸ਼ਨ ਨਾਲ ਲੜਨਾ ਸ਼ੁਰੂ ਕਰ ਦਿੰਦੇ ਹੁੰਦੇ ਆ। ਦੇ ਆਰ essential ਫॉर ਗੁੱਡ ਗਰੋਥ, ਮਤਲਬ ਆਪਣੀ ਵਧੀਆ ਗਰੋਥ ਵਾਸਤੇ, ਬਿਮਾਰੀਆਂ ਤੋਂ ਫ੍ਰੀ ਗਰੋਥ ਵਾਸਤੇ ਆਪਾਂ ਨੂੰ ਜ਼ਿਆਦਾ ਵਾਈਟ ਬਲੱਡ ਸੈਲਸ ਦੀ ਲੋੜ ਹੁੰਦੀ ਆ। ਇਹਨਾਂ ਦੀ ਲਾਈਫ ਸਪੈਨ ਹੀ ਬੜੀ ਘੱਟ ਹੁੰਦੀ ਆ, 1 ਤੋਂ ਸਿਰਫ 2 ਦਿਨਾਂ ਦੀ ਹੁੰਦੀ ਆ। ਕਿੰਨੀ ਹੁੰਦੀ ਆ, 1 ਤੋਂ 2 ਦਿਨਾਂ ਦੀ ਹੁੰਦੀ ਆ। ਵਾਈਟ ਬਲੱਡ ਸੈਲਸ ਹੈਵ ਨਿਊਕਲੀਆਈ ਐਂਡ ਆਲਸੋ ਮੇਡ ਇਨ ਦੀ ਬੋਨ ਮੈਰੋ। ਇਹ ਕਿੱਥੇ ਬਣਦੇ ਆ, ਬੋਨ ਮੈਰੋ ਦੇ ਵਿੱਚ ਬਣਦੇ ਆ, ਤਾਂ ਆਪਾਂ ਪੜ੍ਹ ਲਿਆ ਸੀ। ਅਤੇ ਇਹਦੇ ਵਿੱਚ ਰੈੱਡ ਬਲੱਡ ਸੈਲਸ ਦੇ ਵਿੱਚ ਨਿਊਕਲੀਅਸ ਨਹੀਂ ਹੁੰਦਾ ਨਾ, ਅਤੇ ਇਹਦੇ ਵਿੱਚ ਨਿਊਕਲੀਆਈ ਹੁੰਦੀ ਆ। ਵਾਈਟ ਬਲੱਡ ਸੈਲਸ ਦੇ ਵਿੱਚ ਨਿਊਕਲੀਆਈ ਹੁੰਦੀ ਆ, ਰੈੱਡ ਬਲੱਡ ਸੈਲਸ ਦੇ ਵਿੱਚ ਨਿਊਕਲੀਅਸ ਨਹੀਂ ਹੁੰਦਾ। ਐਂਡ ਦ ਫੋਰਥ ਇਜ਼ ਵਾਟ, ਪਲੇਟਲੈਟਸ। ਪਲੇਟਲੈਟਸ ਕੀ ਕਾਹਦੇ ਵਾਸਤੇ ਰਿਸਪੋਂਸੀਬਲ ਹੁੰਦੇ ਆ, ਫॉर ਕਲੌਟਿੰਗ ਵਾਸਤੇ। ਕਲੌਟਿੰਗ ਕੀ ਹੁੰਦੀ ਆ, ਖੂਨ ਦੇ ਵਗਣ ਨੂੰ ਰੋਕਣਾ। ਠੀਕ ਹੈ, ਜਦੋਂ ਆਪਣੇ ਕਿਤੇ ਕਈ ਵਾਰ ਸੱਟ ਲੱਗਦੀ ਹੁੰਦੀ ਆ ਨਾ, ਕਈਆਂ ਦੇ ਖੂਨ ਵਗਦਾ ਹੀ ਨਹੀਂ ਹੁੰਦਾ, ਮਤਲਬ ਰੁਕਦਾ ਹੀ ਨਹੀਂ ਹੁੰਦਾ, ਵਗੀ ਜਾਂਦਾ ਹੁੰਦਾ, ਨਿਕਲੀ ਜਾਂਦਾ ਹੁੰਦਾ। ਠੀਕ ਹੈ, ਕਿਉਂ, ਉਹਨਾਂ ਦੇ ਵਿੱਚ ਪਲੇਟਲੈਟਸ ਦੀ ਕਮੀ ਹੁੰਦੀ ਹੈ। ਪਲੇਟਲੈਟਸ ਆਰ ਦੀ ਸੈਲਸ ਦੈਟ ਸਰਕੂਲੇਟ ਵਿਦਿਨ ਦ ਆਰ ਬਲੱਡ ਐਂਡ ਬਾਈਂਡ ਟੂਗੈਦਰ, ਦੇ ਰਿਕੋਗਨਾਈਜ਼ ਡੈਮੇਜਡ ਬਲੱਡ ਵੈਸਲਸ। ਠੀਕ ਹੈ, ਇਹ ਕੀ ਕਰਦੇ ਆ, ਆਪਣੀ ਬਾਡੀ ਦੇ ਵਿੱਚ ਸਰਕੂਲੇਟ ਕਰਦੇ ਆ, ਬਲੱਡ ਦੇ ਵਿੱਚ ਹੀ ਸਰਕੂਲੇਟ ਕਰਦੇ ਆ, ਅਤੇ ਉਹਨਾਂ ਨੂੰ ਟਿਸ਼ੂਜ਼ ਨੂੰ ਨਾ ਬਾਈਂਡ ਕਰਕੇ ਰੱਖਦੇ ਆ ਤਾਂ ਕਿ ਉਹ ਟੁੱਟਣ ਨਾ, ਬਲੱਡ ਵੈਸਲਸ ਨੂੰ ਡੈਮੇਜ ਹੋਣ ਤੋਂ ਰੋਕਦੇ ਆ। ਠੀਕ ਹੈ ਨਾ, ਚਾਰ ਪੜ੍ਹੇ ਨੇ ਆਪਾਂ ਨੇ। ਫਸਟ ਪੜ੍ਹਿਆ ਆਪਾਂ ਪਲਾਜ਼ਮਾ ਇਜ਼ ਵਾਟ, ਇਹਦੇ ਵਿੱਚ 92% ਵਾਟਰ ਹੁੰਦਾ, ਜਿਹੜਾ ਕਿ ਟੋਟਲ ਬਲੱਡ ਦਾ 55% ਪਾਰਟ ਹੁੰਦਾ। ਠੀਕ ਹੈ, ਇਹ ਆਪਣੇ BP ਨੂੰ ਮੇਨਟੇਨ ਕਰਦਾ, ਬਲੱਡ ਕਲੌਟਿੰਗ ਨੂੰ ਮੇਨਟੇਨ ਕਰਕੇ ਰੱਖਦਾ। ਠੀਕ ਹੈ, ਮਿਨਰਲਸ ਦਾ ਐਕਸਚੇਂਜ ਕਰਦਾ ਇਹ। ਅਤੇ ਦੈਨ ਵਾਟ ਦੈਟ ਨੈਕਸਟ ਇਜ਼ ਦ ਰੈੱਡ ਬਲੱਡ ਸੈਲਸ। ਰੈੱਡ ਬਲੱਡ ਸੈਲਸ ਕੀ ਕਰਦੇ ਆ, ਇਹ ਡਿਸਕ ਸ਼ੇਪ ਹੁੰਦੇ ਆ। ਇਹਨਾਂ ਦੀ ਲਾਈਫ ਸਪੈਨ ਯਾਦ ਰੱਖਿਓ 20 to 120 ਡੇਜ਼ ਦੀ ਹੁੰਦੀ ਆ, ਅਤੇ ਇਹਨਾਂ ਦੇ ਵਿੱਚ ਨਿਊਕਲੀਆਈ ਨਹੀਂ ਹੁੰਦਾ। ਠੀਕ ਹੈ, ਅਤੇ ਇਹ ਜਦੋਂ ਟੁੱਟ ਜਾਂਦੇ ਆ, 2 ਪਾਰਟਸ ਦੇ ਵਿੱਚ ਟੁੱਟ ਜਾਂਦੇ ਆ। ਇਹ ਕੁਐਸਚਨ ਆ ਸਕਦਾ, ਬਿਲਰੂਬਿਨ ਅਤੇ ਬਿਲੀਵਰਡਿਨ, ਮਤਲਬ ਆਪਸ਼ਨਸ ਦੇ ਵਿੱਚ ਉਹ ਦੇ ਸਕਦਾ ਕਿ A ਅਤੇ ਬਿਲਰੂਬਿਨ, B ਆਪਸ਼ਨ 'ਤੇ ਦੇ ਸਕਦਾ ਉਹ ਬਿਲੀਵਰਡਿਨ, ਅਤੇ C 'ਤੇ ਦੇ ਸਕਦਾ ਕੋਈ ਹੋਰ, D 'ਤੇ ਦੇ ਸਕਦਾ ਕਿ A and B। ਓਕੇ, ਪੁੱਛ ਸਕਦਾ ਕਿ ਰੈੱਡ ਬਲੱਡ ਸੈਲਸ ਜਦੋਂ ਬ੍ਰੋਕ ਹੋ ਜਾਂਦੇ ਹੁੰਦੇ ਆ ਉਹ ਕਿਹੜੇ ਪਾਰਟਸ ਦੇ ਵਿੱਚ ਡਿਵਾਈਡ ਹੁੰਦੇ ਆ। ਜਿਹੜੀ ਇਹਨਾਂ ਦੀ ਡਿਸਟਰਕਸ਼ਨ ਆ ਉਹ ਲੀਵਰ ਅਤੇ ਸਪਲੀਨ ਦੇ ਵਿੱਚ ਹੁੰਦੀ ਆ, ਇਹ ਬੋਨ ਵਿੱਚ ਪ੍ਰੋਡਿਊਸ ਹੁੰਦੇ ਆ। ਵਾਈਟ ਬਲੱਡ ਸੈਲਸ ਕੀ ਕਰਦੇ ਆ, ਰੈੱਡ ਬਲੱਡ ਸੈਲਸ ਦਾ ਮੇਨ ਕੰਮ ਕੀ ਹੁੰਦਾ, ਰੈੱਡ ਬਲੱਡ ਸੈਲਸ ਦਾ ਮੇਨ ਕੰਮ ਆਕਸੀਜਨ ਕੈਰੀ ਕਰਨਾ। ਠੀਕ ਹੈ, ਅਤੇ ਵਾਈਟ ਬਲੱਡ ਸੈਲਸ ਦਾ ਮੇਨ ਕੰਮ ਕੀ ਹੁੰਦਾ, ਡਿਫੈਂਡ ਬੋਡੀ, ਮਤਲਬ ਇਹ ਇਨਫੈਕਸ਼ਨ ਨਾਲ ਲੜਨ 'ਚ ਹੈਲਪ ਕਰਦੇ ਆ। ਓਕੇ, ਇਹਨਾਂ ਨੂੰ ਕੀ ਕਿਹਾ ਜਾਂਦਾ, ਲਿਊਕੋਸਾਈਟਸ ਕਿਹਾ ਜਾਂਦਾ ਇਹਨਾਂ ਨੂੰ। ਅਤੇ ਇਹਨਾਂ ਦੀ ਲਾਈਫ ਸਪੈਨ ਬੜੀ ਘੱਟ ਹੁੰਦੀ ਹੈ, 1 ਤੋਂ 2 ਦਿਨ ਦੀ ਹੁੰਦੀ ਹੈ, ਅਤੇ ਇਹਨਾਂ ਦੇ ਵਿੱਚ ਨਿਊਕਲੀਆਈ ਹੁੰਦਾ। ਨੈਕਸਟ ਇਜ਼ ਵਾਟ, ਪਲੇਟਲੈਟਸ ਕੀ ਕਰਦੇ ਆ, ਇਹ ਸਰਕੂਲੇਟ ਕਰਦੇ ਆ ਬਲੱਡ ਨੂੰ ਵਿਦਿਨ ਆਰ ਬਲੱਡ, ਆਪਣੇ ਬਲੱਡ ਦੇ ਅੰਦਰ ਹੀ ਸਰਕੂਲੇਟ ਕਰਦੇ ਹੁੰਦੇ ਆ, ਅਤੇ ਇਹ ਕੰਬਾਈਨ ਕਰਕੇ ਰੱਖਦੇ ਆ ਜਿਹੜੇ ਬਲੱਡ ਵੈਜ਼ਲਸ ਹੁੰਦੇ ਆ।
ਇੰਨਾ ਕੀ ਸੀਗਾ ਇਸ 'ਚ। ਅੱਗੇ ਆ ਗਿਆ ਆਪਣੇ ਕੋਲੇ ਸਟੱਡੀ ਆਫ ਬਲੱਡ। ਸਟੱਡੀ ਆਫ ਬਲੱਡ ਨੂੰ ਕੀ ਕਿਹਾ ਜਾਂਦਾ? ਹੈਮਾਟੋਲੋਜੀ। ਸਟੱਡੀ ਆਫ ਬਲੱਡ ਇਜ਼ ਨੋਨ ਐਜ਼ ਹੈਮਾਟੋਲੋਜੀ। The main function of the blood are to transport oxygen, carbon dioxide, water, nutrients, hormones, and waste around the body. Blood also fights infection and regulates the temperature. ਕੀ ਲਿਖਿਆ ਇਸ 'ਚ ਕਿ ਮੇਨ ਕੀ ਕੰਮ ਹੁੰਦਾ ਬਲੱਡ ਦਾ? ਆਕਸੀਜਨ ਨੂੰ ਟਰਾਂਸਫਰ ਕਰਨਾ ਆਪਣੀ ਬਾਡੀ ਪਾਰਟਸ ਦੇ ਵਿੱਚ, CO2 ਨੂੰ ਬਾਹਰ ਲੈ ਕੇ ਆਉਣਾ, ਵਾਟਰ ਅਤੇ ਨਿਊਟ੍ਰੀਐਂਟ ਸਪਲਾਈ ਕਰਨੀ, ਹਾਰਮੋਨਸ ਦੇ ਵਿੱਚ ਵੇਸਟ ਜਿਹੜਾ ਆਪਣਾ ਹੁੰਦਾ ਉਹਨੂੰ ਬਾਹਰ ਕੱਢਣਾ। ਠੀਕ ਹੈ, ਬਲੱਡ ਦਾ ਹੋਰ ਕੀ ਕੰਮ ਹੁੰਦਾ? ਇਨਫੈਕਸ਼ਨ ਨੂੰ ਫਾਈਟ ਕਰਨਾ ਅਤੇ ਰੈਗੂਲੇਟ ਕਰਨਾ ਟੈਂਪਰੇਚਰ ਨੂੰ। ਤੁਸੀਂ ਦੇਖੋ ਸਾਰਾ ਕੰਮ ਹੀ ਬਲੱਡ ਦਾ ਹੁੰਦਾ। ਤਾਂ ਹੀ ਤਾਂ ਜਦੋਂ ਹਿਊਮਨ ਬਾਡੀ ਦੇ ਵਿੱਚ ਬਲੱਡ ਦੀ ਕਮੀ ਹੋ ਜਾਂਦੀ ਹੈ, ਮਤਲਬ ਆਇਰਨ ਦੀ ਕਮੀ ਹੋ ਜਾਂਦਾ, ਹੀਮੋਗਲੋਬਿਨ ਦੀ ਕਮੀ ਹੋ ਜਾਂਦੀ ਹੈ, ਤਾਂ ਇਹਦਾ ਮਤਲਬ ਕਿ ਉਹਦੀ ਬਾਡੀ ਦਾ ਫੰਕਸ਼ਨ ਹੀ ਖਰਾਬ ਹੋ ਜਾਂਦਾ ਹੁੰਦਾ, ਉਹਦੀ ਬਾਡੀ ਦੀ ਫੰਕਸ਼ਨਿੰਗ ਖਰਾਬ ਹੋ ਜਾਂਦੀ ਹੁੰਦੀ ਹੈ। ਤਾਂ ਹੀ ਤਾਂ ਉਹ ਜਿਹਦੇ ਇਨਸਾਨ ਦੇ ਵਿੱਚ ਹਿਊਮਨ ਬਾਡੀ ਦੇ ਵਿੱਚ ਬਲੱਡ ਦੀ ਕਮੀ ਹੋ ਜਾਂਦੀ ਹੈ ਨਾ, ਤਾਂ ਉਹਦੀ ਫੰਕਸ਼ਨਿੰਗ ਖਰਾਬ ਹੋ ਜਾਂਦੀ ਹੈ। ਮੀਨਸ ਕਿ ਉਹ ਵੀਕ ਹੋ ਜਾਂਦਾ ਹੁੰਦਾ, ਉਹਦੇ ਤੋਂ ਨਾਰਮਲ ਕੰਮ ਨਹੀਂ ਹੁੰਦਾ, ਉਹਦਾ ਸਾਹ ਚੜ੍ਹਨ ਲੱਗ ਜਾਂਦਾ, ਥੋੜ੍ਹੇ ਥੋੜ੍ਹੇ ਕੰਮ ਕਰਕੇ ਉਹ ਥੱਕਣ ਲੱਗ ਜਾਂਦਾ। ਪਹਿਲੀ ਗੱਲ ਤਾਂ ਉਹਦੇ ਤੋਂ ਉੱਠਿਆ ਹੀ ਨਹੀਂ ਜਾਂਦਾ। ਇਸ ਕਰਕੇ ਜ਼ਿਆਦਾ ਤੋਂ ਜ਼ਿਆਦਾ ਖਾਣਾ ਚਾਹੀਦਾ ਆਪਾਂ ਨੂੰ, ਉਹ ਵੀ ਹੈਲਦੀ। ਕੰਪੋਜੀਸ਼ਨ ਆਫ ਬਲੱਡ। ਬਲੱਡ ਦੇ ਵਿੱਚ ਕੀ ਹੁੰਦਾ? ਪਲਾਜ਼ਮਾ, ਵਾਈਟ ਬਲੱਡ ਸੈੱਲ, ਰੈੱਡ ਬਲੱਡ ਸੈੱਲ। ਪਲਾਜ਼ਮਾ ਆਪਾਂ ਪੜ੍ਹਿਆ ਸੀ 54% ਹੁੰਦਾ ਆਪਣੇ, 92% ਪਾਣੀ ਹੁੰਦਾ ਇਸ 'ਚ। ਵਾਈਟ ਬਲੱਡ ਸੈੱਲਸ ਅਤੇ ਪਲੇਟਲੈਟਸ ਕਿੰਨਾ ਹੁੰਦਾ ਆਪਣੀ ਬਲੱਡ ਦੇ ਵਿੱਚ? 1%। ਠੀਕ ਹੈ, ਰੈੱਡ ਬਲੱਡ ਸੈੱਲਸ 45%। ਪਲਾਜ਼ਮਾ ਕਿੰਨਾ ਹੁੰਦਾ? ਪਲਾਜ਼ਮਾ ਹੁੰਦਾ 54, RBC ਕਿੰਨੇ ਹੁੰਦੇ ਆ? 45 ਐਂਡ ਪਲੇਟਲੈਟਸ ਪਲੱਸ WBC ਕਿੰਨੇ ਹੁੰਦੇ ਆ? WBC ਮਤਲਬ ਬਲੱਡ ਵਾਈਟ ਬਲੱਡ ਸੈੱਲਸ ਕਿੰਨੇ ਹੁੰਦੇ ਆ? 1%। ਠੀਕ ਹੈ, ਕਿੰਨਾ ਹੋ ਗਿਆ ਟੋਟਲ ਇਹ? 100%। ਓਕੇ, ਨੈਕਸਟ ਇਜ਼ ਆ ਗਿਆ ਸਰਕੂਲੇਟਰੀ ਸਿਸਟਮ। ਸਰਕੂਲੇਟਰੀ ਸਿਸਟਮ ਦੇ ਵਿੱਚ ਕੀ ਆਏਗਾ ਕਿ ਬਲੱਡ ਕਿਸ ਤਰੀਕੇ ਨਾਲ ਆਪਣੀ ਬਾਡੀ ਦੇ ਵਿੱਚ ਫਲੋ ਕਰਦਾ, ਕਿੱਥੇ ਕਿੱਥੇ ਜਾਂਦਾ, ਕਿੱਥੋਂ ਇਹ ਕਿੱਥੇ ਆਕਸੀਜਨ ਪ੍ਰੋਵਾਈਡ ਕਰਦਾ, ਕਿੱਥੋਂ ਇਹ ਕਾਰਬਨ ਡਾਈਆਕਸਾਈਡ ਲੈ ਕੇ ਆਉਂਦਾ, ਸਾਰੀਆਂ ਪ੍ਰੋਸੈਸਿਸ ਇਹ ਆਪਾਂ ਸਰਕੂਲੇਟਰੀ ਸਿਸਟਮ ਦੇ ਵਿੱਚ ਪੜ੍ਹਾਂਗੇ। ਠੀਕ ਹੈ, ਇਹਦੇ ਵਿੱਚ ਬਹੁਤ ਅਜੀਬ ਜਿਹੀਆਂ ਟਰਮਸ ਨੇ, ਮਤਲਬ ਬਾਇਓਲੋਜੀ ਦੀਆਂ ਟਰਮਸ ਤੁਹਾਨੂੰ ਪਤਾ ਹੀ ਹੈ ਥੋੜ੍ਹੀਆਂ ਜਿਹੀਆਂ ਡਿਫੀਕਲਟ ਹੁੰਦੀਆਂ ਨੇ, ਬਟ ਤੁਸੀਂ ਘਬਰਾਉਣਾ ਨਹੀਂ, ਆਪਾਂ ਬਿਲਕੁਲ ਹੀ ਆਸਾਨ ਲੈਵਲ ਨਾਲ ਕਰਾਂਗੇ। ਸਰਕੂਲੇਸ਼ਨ ਆਫ ਦੀ ਬਲੱਡ ਥਰੂ ਦੀ ਹਾਰਟ। ਮੇਰੇ ਕੋਲ ਅੱਜ ਹਾਰਟ ਦੀ ਡਾਇਗਰਾਮ ਨਹੀਂ ਆ, ਬਟ ਕੱਲ੍ਹ ਮੈਂ ਕੋਸ਼ਿਸ਼ ਕਰੂੰ ਕਿ ਹਾਰਟ ਦੀ ਡਾਇਗਰਾਮ ਲੈ ਕੇ ਆਵਾਂ, ਉਸ 'ਚ ਆਪਾਂ ਆਰਾਮ ਨਾਲ ਚੰਗੀ ਤਰ੍ਹਾਂ ਸਮਝ ਆ ਜਾਏਗਾ। ਸਿਸਟੈਮਿਕ ਵੀਨ। ਸਿਸਟੈਮਿਕ ਵੀਨ ਤੋਂ ਇਹ ਜਾਊਗਾ ਸਾਈਨਸ ਦੇ ਵਿੱਚ, ਸਾਈਨਸ ਤੋਂ ਫਿਰ ਬਲੱਡ ਦੇ ਆਪਾਂ ਨੂੰ ਪਤਾ ਹੀ ਹੈ 4 ਚੈਂਬਰਸ ਹੁੰਦੇ ਆ। ਠੀਕ ਹੈ, ਰਾਈਟ, ਆਹ ਵਾਲਾ ਵੀ ਰਾਈਟ, ਆਹ ਵਾਲਾ ਵੀ, ਆਹ ਲੈਫਟ, ਆਹ ਲੈਫਟ। ਠੀਕ ਹੈ, ਇਹ ਰਾਈਟ ਔਰੀਕਲ ਹੁੰਦਾ, ਇੱਕ ਰਾਈਟ ਵੈਂਟਰੀਕਲ ਹੁੰਦਾ, ਪਲਮੋਨਰੀ ਆਰਟਰੀ, ਫਿਰ ਰਾਈਟ ਔਰੀਕਲ ਤੋਂ ਰਾਈਟ ਵੈਂਟਰੀਕਲ 'ਚ ਜਾਊਗਾ, ਰਾਈਟ ਵੈਂਟਰੀਕਲ ਤੋਂ ਪਲਮੋਨਰੀ ਆਰਟਰੀ ਦੇ ਵਿੱਚ ਇਹਦੇ ਥਰੂ ਜਾਊਗਾ, ਫਿਰ ਉਸ ਤੋਂ ਬਾਅਦ ਲੰਗਸ ਦੇ ਵਿੱਚ ਜਾਊਗਾ, ਫਿਰ ਪਲਮੋਨਰੀ ਵੀਨ ਦੇ ਵਿੱਚ, ਪਹਿਲਾਂ ਪਲਮੋਨਰੀ ਆਰਟਰੀ ਦੇ ਵਿੱਚ, ਫਿਰ ਪਲਮੋਨਰੀ ਵੀਨ ਦੇ ਵਿੱਚ, ਫਿਰ ਲੈਫਟ ਔਰੀਕਲ, ਫਿਰ ਲੈਫਟ ਵੈਂਟਰੀਕਲ, ਫਿਰ ਟੰਚਸ, ਦੈਨ ਫਿਰ ਬਾਡੀ ਦੀ ਸਿਸਟਮੈਟਿਕ ਜਿਹੜੀ ਸਰਕੂਲੇਸ਼ਨ ਹੁੰਦੀ ਹੈ ਆਪਣੀ ਸਿਸਟੈਮਿਕ ਸਰਕੂਲੇਸ਼ਨ ਬਾਡੀ ਦੇ ਵਿੱਚ ਜਾਊਗਾ। ਸਭ ਤੋਂ ਪਹਿਲਾਂ ਜਦੋਂ ਆਪਾਂ ਆਕਸੀਜਨ ਲੈਂਦੇ ਹਾਂ, ਠੀਕ ਹੈ, ਉਦੋਂ ਆਪਣੀ ਬਾਡੀ ਦੇ ਵਿੱਚ ਸਭ ਤੋਂ ਪਹਿਲਾਂ ਉਹ ਹਾਰਟ ਦੇ ਥਰੂ ਪਾਸ ਹੁੰਦੀ ਆ, ਮਤਲਬ ਬਲੱਡ ਆ ਜਿਹੜਾ ਹਾਰਟ ਦੇ ਥਰੂ ਆਪਣਾ ਪਿਊਰੀਫਾਈ ਹੁੰਦਾ। ਮਤਲਬ ਕੁਐਸਚਨ ਇਹ ਆ ਸਕਦਾ ਕਿ ਬਲੱਡ ਨੂੰ ਪਿਊਰੀਫਾਈ ਕੌਣ ਕਰਦਾ? ਲੰਗਸ ਕਰਦੀਆਂ ਨੇ, ਨਾਟ ਹਾਰਟ। ਠੀਕ ਹੈ, ਲੰਗਸ ਬਲੱਡ ਨੂੰ ਪਿਊਰੀਫਾਈ ਕਰਦੀਆਂ ਨੇ, ਹਾਰਟ ਦੇ ਥਰੂ ਉਹ ਪਾਸ ਹੋ ਕੇ ਜਾਂਦਾ ਹੁੰਦਾ, ਲੰਗਸ ਉਹਨੂੰ ਪਿਊਰੀਫਾਈ ਕਰਕੇ ਬਾਡੀ ਦੇ ਵਿੱਚ ਸਾਰੇ ਪਾਰਟਸ ਦੇ ਵਿੱਚ ਪਹੁੰਚਾ ਦਿੰਦੇ ਆ। ਸਰਕੂਲੇਟਰੀ ਸਿਸਟਮ 2 ਟਾਈਪਸ ਦਾ ਹੁੰਦਾ, ਓਪਨ ਐਂਡ ਕਲੋਜ਼ਡ। ਕਈਆਂ ਦੇ ਵਿੱਚ ਓਪਨ ਹੁੰਦਾ, ਮੋਸਟਲੀ ਇਨਸੈਕਟਸ ਦੇ ਵਿੱਚ ਓਪਨ ਹੁੰਦਾ, ਹਿਊਮਨਸ ਦੇ ਵਿੱਚ ਆਈ ਥਿੰਕ ਕਲੋਜ਼ਡ ਹੁੰਦਾ। ਓਪਨ ਸਰਕੂਲੇਟਰੀ ਸਿਸਟਮ ਅਲਾਉ ਦ ਬਲੱਡ ਫਲੋ ਆਊਟ ਆਫ ਦੀ ਵੈਸਲਸ ਬਿਫੋਰ ਰਿਟਰਨਿੰਗ ਟੂ ਦੀ ਹਾਰਟ ਵੀਆ ਓਸਟੀਆ, ਨੋ ਵੀਨਸ ਇਨਵੋਲਵਡ। ਇਹ ਇਨਸੈਕਟਸ ਦੇ ਵਿੱਚ ਹੁੰਦਾ, ਆਪਣੇ 'ਚ ਨਹੀਂ ਹੁੰਦਾ, ਕਿਉਂਕਿ ਆਪਣੇ 'ਚ ਤਾਂ ਵੀਨਸ ਲੱਗੀਆਂ ਹੁੰਦੀਆਂ ਨੇ, ਪਲਮੋਨਰੀ ਵੀਨਸ ਹੁੰਦੀਆਂ ਨੇ। ਓਪਨ ਸਰਕੂਲੇਟਰੀ ਸਿਸਟਮ ਕੀ ਕਰਦਾ? ਇਹ ਬਲੱਡ ਨੂੰ ਫਲੋ ਕਰਦਾ ਆਊਟ ਆਫ ਦੀ ਵੈਜ਼ਲਸ ਤੋਂ ਬਾਹਰ ਕੱਢ ਦਿੰਦਾ ਹਾਰਟ ਤੱਕ ਜਾਣ ਤੋਂ ਪਹਿਲਾਂ, ਮਤਲਬ ਇੱਥੇ ਹਾਰਟ ਤੋਂ ਜਾਣ ਤੋਂ ਪਹਿਲਾਂ ਹੀ ਉਹਨੂੰ ਉਹ ਬਾਹਰ ਕੱਢ ਦਿੰਦਾ ਹੁੰਦਾ। ਠੀਕ ਹੈ, ਇਹਦੇ ਵਿੱਚ ਕੋਈ ਵੀਨਸ ਨਹੀਂ ਇਨਵੋਲਵ ਹੁੰਦੀਆਂ, ਮੇਨਲੀ ਇਹ ਇਨਸੈਕਟਸ ਦੇ ਵਿੱਚ ਪਾਇਆ ਜਾਂਦਾ। ਮਤਲਬ ਜੇ ਕੁਐਸਚਨ ਹੈ ਕਿ ਓਪਨ ਸਰਕੂਲੇਟਰੀ ਸਿਸਟਮ ਕਿਹਦੇ ਵਿੱਚ ਹੁੰਦਾ, ਉਹ ਕਿਹਦੇ ਵਿੱਚ ਹੁੰਦਾ? ਆਪਣਾ ਇਨਸੈਕਟਸ ਦੇ ਵਿੱਚ। Closed circulatory system don't allow the blood to leave the blood vessels. Example, humans advantages include faster and controlled delivery of oxygen
and nutrients which allow for longer periods of activity। मतलब इस 'ਚ ਕੀ ਲਿਖਿਆ ਹੋਇਆ ਆਪਣੇ ਵਿੱਚ ਕਿਹੜਾ ਸਿਸਟਮ ਹੁੰਦਾ ਪਹਿਲਾਂ ਤਾਂ ਕਲੋਜ਼ ਸਰਕੂਲੇਟਰੀ ਸਿਸਟਮ ਠੀਕ ਹੈ। ਤੇ ਇਹ ਕੀ ਕਰਦਾ ਇਹ ਬਲੱਡ ਨੂੰ ਲੀਵ ਨਹੀਂ ਵੈਜ਼ਲਸ ਨੂੰ ਲੀਵ ਨਹੀਂ ਕਰਦਾ ਬਲੱਡ ਠੀਕ ਹੈ। ਤੇ ਇਹਦੇ ਵਿੱਚ ਇੱਕ ਐਡਵਾਂਟੇਜ ਆ ਕਿ ਆਪਣੀ ਬਾਡੀ ਦੇ ਵਿੱਚ ਜਿਹੜਾ ਆਕਸੀਜਨ ਆ ਉਹ ਬਹੁਤ ਜਲਦੀ ਹੀ ਫਾਸਟਲੀ ਡਿਲੀਵਰੀ ਹੋ ਜਾਂਦੀ ਹੈ ਆਕਸੀਜਨ ਦੀ। ਤੇ ਉਸ ਤੋਂ ਬਾਅਦ ਸਾਰੀ ਬਾਡੀ ਦੇ ਵਿੱਚ ਉਹ ਬਹੁਤ ਜਲਦੀ ਇਹ ਡਿਲੀਵਰ ਹੋ ਜਾਂਦਾ ਨਿਊਟ੍ਰੀਐਂਟਸ ਹੁੰਦੇ ਨੇ ਜਿਹੜੇ ਬਾਡੀ ਦੇ ਵਿੱਚ ਬਹੁਤ ਜਲਦੀ ਡਿਲੀਵਰ ਹੋ ਜਾਂਦੇ ਨੇ। ਇਹੀ ਹਿਊਮਨਸ ਦੇ ਵਿੱਚ ਐਡਵਾਂਟੇਜਸ ਹੁੰਦੀਆਂ ਨੇ। ਓਕੇ ਆ ਕੁਛ ਆਪਾਂ ਇੰਪੋਰਟੈਂਟ ਪੁਆਇੰਟਸ ਡਿਸਕਸ ਕਰਾਂਗੇ ਦੈਨ ਉਸ ਤੋਂ ਬਾਅਦ ਫਿਰ ਆਪਾਂ ਬਾਕੀ ਜੋ ਰਹਿ ਗਿਆ ਉਹ ਕੱਲ੍ਹ ਦੇ ਲੈਕਚਰਸ ਕਵਰ ਕਰਾਂਗੇ। ਇੱਕ ਕੁਛ ਔਖੇ ਜਿਹੇ ਪੁਆਇੰਟਸ ਨੇ ਹਾਰਟ ਦੇ ਪਾਰਟਸ ਹੀ ਹੁੰਦੇ ਆ ਇਹ। ਤੇ ਕੱਲ੍ਹ ਆਪਾਂ ਹਾਰਟ ਦੀ ਡਾਇਗਰਾਮ ਤੋਂ ਇਹਨਾਂ ਪੁਆਇੰਟਸ ਨੂੰ ਇੱਕ ਵਾਰ ਦੁਬਾਰਾ ਰਿਵਾਈਜ਼ ਕਰਾਂਗੇ। ਐਰੋਟਾ ਕੀ ਹੁੰਦਾ ਲਾਰਜੈਸਟ ਆਰਟਰੀ ਇਨ ਦ ਬਾਡੀ ਆਪਣੀ ਬਾਡੀ ਦੀ ਸਭ ਤੋਂ ਵੱਡੀ ਆਰਟਰੀ ਹੁੰਦੀ ਹੈ। ਇਹ ਕੀ ਕਰਦੀ ਹੈ ਇਹ ਆਕਸੀਜਨ ਰਿਚ ਬਲੱਡ ਅਵੇ ਫਰੋਮ ਦੀ ਹਾਰਟ ਟੂ ਦ ਵੈਜ਼ਲਸ ਦੈਟ ਮਤਲਬ ਇਹ ਕੀ ਕਰਦੀ ਆ ਜਿਹੜਾ ਆਕਸੀਜਨ ਮਤਲਬ ਕਿ ਆਕਸੀਜਨ ਰਿਚ ਬਲੱਡ ਪਤਾ ਕਿਹੜਾ ਹੋਊਗਾ ਜਿਹੜਾ ਪਿਓਰ ਬਲੱਡ ਹੋਊਗਾ। ਪਿਓਰ ਬਲੱਡ ਨੂੰ ਇਹ ਹਾਰਟ ਤੋਂ ਲੈ ਜਾਂਦੀ ਹੈ ਅਤੇ ਬਾਕੀ ਬਾਡੀ ਦੇ ਪਾਰਟਸ ਦੇ ਵਿੱਚ ਪਹੁੰਚਾਉਂਦੀ ਹੁੰਦੀ ਹੈ ਠੀਕ ਹੈ। ਕੀ ਕੰਮ ਹੁੰਦਾ ਮੇਨ ਆਰਟਰੀ ਦਾ ਪਿਓਰ ਬਲੱਡ ਨੂੰ ਲੈ ਕੇ ਜਾਣਾ ਹਾਰਟ ਤੋਂ ਅਤੇ ਬਾਡੀ ਦੇ ਬਾਕੀ ਪਾਰਟਸ ਤੱਕ ਪਹੁੰਚਾਉਣਾ। ਆਰਟਰੀਆ ਕੀ ਹੁੰਦਾ ਦ ਚੈਂਬਰਸ ਆਫ ਦੀ ਹਾਰਟ ਟੂ ਵਿਚ ਬਲੱਡ ਰਿਟਰਨਸ ਫਰੋਮ ਸਰਕੂਲੇਸ਼ਨ। ਇਹ ਹਾਰਟ ਦਾ ਚੈਂਬਰ ਹੁੰਦਾ ਜਿੱਥੇ ਜਦੋਂ ਸਰਕੂਲੇਸ਼ਨ ਹੁੰਦੀ ਹੈ ਸਾਰੀ ਬਾਡੀ ਦੇ ਵਿੱਚ ਇੱਕ ਵਾਰ ਬਲੱਡ ਚਾਹ ਆਇਆ ਤਾਂ ਫਿਰ ਜਿੱਥੇ ਰਿਟਰਨ ਕਰਦਾ ਹੁੰਦਾ ਉਹਨੂੰ ਕਹਿੰਦੇ ਆ ਆਰਟਰੀਆ। ਕੈਪੀਲਰੀਜ਼ ਕੀ ਹੁੰਦੀਆਂ ਨੇ ਦ ਸਮਾਲੈਸਟ ਆਫ ਬਾਡੀਜ਼ ਬਲੱਡ ਵੈਜ਼ਲਸ ਇਹ ਸਭ ਤੋਂ ਛੋਟੀਆਂ ਬਲੱਡ ਵੈਜ਼ਲਸ ਹੁੰਦੀਆਂ ਨੇ। ਆਕਸੀਜਨ ਅਤੇ ਗਲੂਕੋਜ਼ ਹੁੰਦੀ ਹੈ ਜਿਹੜੀ ਪਾਸ ਥਰੂ ਦੇ ਕੈਪੀਲਰੀ ਵਾਲਸ ਐਂਡ ਐਂਟਰ ਦੀ ਸੈਲਸ। ਕੈਪੀਲਰੀ ਵਾਲਸ ਦੇ ਵਿੱਚ ਦੀ ਆਕਸੀਜਨ ਦੇ ਗਲੂਕੋਜ਼ ਪਾਸ ਹੋਊਗੀ ਅਤੇ ਉਹ ਸੈਲਸ ਦੇ ਵਿੱਚ ਐਂਟਰ ਕਰ ਜਾਂਦੀ ਆ। ਵੇਸਟ ਪ੍ਰੋਡਕਟ ਹੋਣਗੇ ਜਿਵੇਂ CO2 ਇਹ ਪਾਸ ਬੈਕ ਫਰੋਮ ਦੀ ਸੈਲਸ ਇਨਟੂ ਦ ਬਲੱਡ ਥਰੂ ਕੈਪੀਲਰੀਜ਼। ਮਤਲਬ ਜਿਹੜੀ ਤਾਂ ਆਕਸੀਜਨ ਅਤੇ ਗਲੂਕੋਜ਼ ਆ ਉਹ ਤਾਂ ਸੈਲਸ ਦੇ ਅੰਦਰ ਐਂਟਰ ਕਰ ਜੂਗੀ ਠੀਕ ਹੈ। ਜਿਹੜੇ ਵੇਸਟ ਪ੍ਰੋਡਕਟਸ ਹੋਣਗੇ ਜਿਵੇਂ CO2 ਹੋ ਗਿਆ ਉਹ ਬੈਕ ਸਾਈਡ ਤੋਂ ਇਹਦੇ ਨੰਗ ਚਲੇ ਜਾਣਗੇ ਅਤੇ ਕੈਪੀਲਰੀਜ਼ ਦੇ ਵਿੱਚ ਐਂਟਰ ਕਰਨਗੇ ਠੀਕ ਹੈ। ਓਕੇ ਨੈਕਸਟ ਇਜ਼ ਕਾਰਡੀਅਕ ਵਾਲਵਸ ਹਾਰਟ ਦੇ ਵਾਲਵਸ ਹੁੰਦੇ ਆ। ਓਕੇ ਐਨੀ ਆਫ ਦੀ 4 ਵਾਲਵਸ that regulate the flow of blood through the chambers of the heart। ਮਤਲਬ 4 ਵਾਲਵਸ ਦੇ ਵਿੱਚੋਂ ਕੋਈ ਵੀ ਜੇ ਇੱਕ ਬਾਡੀ ਦੇ ਵਿੱਚ ਬਲੱਡ ਫਲੋ ਨੂੰ ਕੰਟਰੋਲ ਕਰਦਾ ਠੀਕ ਹੈ ਉਹਨੂੰ ਕਿਹਾ ਜਾਂਦਾ ਕਾਰਡੀਅਕ ਵਾਲਵਸ। ਡੀਆਕਸੀਜਨੇਟਡ ਬਲੱਡ ਟੂ ਆਕਸੀਜਨ ਪਿਓਰ ਬਲੱਡ ਨੂੰ ਟ੍ਰਾਂਸਫਰ ਕਰਨਾ। ਹਾਰਟ ਵੈਂਟਰੀਕਲਸ ਕਿਹੜੇ ਹੁੰਦੇ ਨੇ ਦ ਲੋ ਰਾਈਟ ਐਂਡ ਲੈਫਟ ਚੈਂਬਰਸ ਨੀਚੇ ਵਾਲਾ ਲੋ ਰਾਈਟ ਐਂਡ ਲੈਫਟ ਚੈਂਬਰਸ ਆਹ ਵਾਲਾ ਅਤੇ ਆਹ ਵਾਲਾ ਇਹ ਦੋਨੋਂ ਹੁੰਦੇ ਨੇ ਹਾਰਟ ਵੈਂਟਰੀਕਲਸ ਠੀਕ ਹੈ। ਅਤੇ ਨੈਕਸਟ ਆ ਗਿਆ ਆਪਣੇ ਕੋਲ ਇੰਟਰਵੈਂਟੀਕੂਲਰ ਸਿਸਟਮ। ਇੰਟਰਵੈਂਟੀਕੂਲਰ ਸੈਪਟਮ ਇਜ਼ ਅ ਸਟਾਊਟ ਵਾਲ ਸੈਪਰੇਟਿੰਗ ਦੀ ਲੋਅਰ ਚੈਂਬਰਸ। ਮਤਲਬ ਜਿਹੜੇ ਨੀਚੇ ਵਾਲੇ ਚੈਂਬਰਸ ਨੂੰ ਜਿਹੜੀ ਅਲੱਗ ਕਰਦੀ ਹੁੰਦੀ ਹੈ ਨਾ ਆਹ ਵਾਲੀ ਇਹਨੂੰ ਕਹਿੰਦੇ ਆ ਇੰਟਰਵੈਂਟੀਕੂਲਰ ਸੈਪਟਮ। ਕੀ ਕਹਿੰਦੇ ਆ ਇਹਨੂੰ ਇੰਟਰਵੈਂਟੀਕੂਲਰ ਸੈਪਟਮ। ਲੰਗਸ ਕੀ ਹੁੰਦੇ ਆ ਵਨ ਪੇਅਰ ਆਫ ਆਰਗਨਸ ਇਨ ਦ ਚੈਸਟ ਦੈਟ ਸਪਲਾਈਜ਼ ਦੀ ਬਾਡੀ ਵਿਦ ਆਕਸੀਜਨ ਐਂਡ ਰਿਮੂਵ CO2 ਫਰੋਮ ਦਾ ਬਾਡੀ। ਲੰਗਸ ਦਾ ਕੀ ਕੰਮ ਹੁੰਦਾ ਕਿ ਇਹ ਆਕਸੀਜਨ ਆਪਣੀ ਬਾਡੀ ਨੂੰ ਸਪਲਾਈ ਕਰਦੀ ਹੈ ਅਤੇ CO2 ਨੂੰ ਆਪਣੀ ਬਾਡੀ ਦੇ ਵਿੱਚੋਂ ਰਿਮੂਵ ਕਰ ਦਿੰਦੀ ਹੁੰਦੀ ਆ। ਮਾਇਓਕਾਰਡੀਅਮ ਦ ਮਸਕੂਲਰ ਸਬਸਟਾਂਸ ਆਫ ਦੀ ਹਾਰਟ ਇਹ ਮਸਕੂਲਰ ਸਬਸਟਾਂਸ ਹੁੰਦਾ ਆਪਣੀ ਹਾਰਟ ਦਾ। ਦ ਮਿਡਲ ਆਫ ਦੀ 3 ਲੇਅਰਸ ਫਾਰਮਿੰਗ ਆਊਟਰ ਵਾਲ ਆਫ ਦੀ ਹਿਊਮਨ ਹਾਰਟ। ਮਤਲਬ ਜਿਹੜੀਆਂ ਮਿਡਲ ਦੇ ਵਿੱਚ 3 ਲੇਅਰਸ ਹੁੰਦੀਆਂ ਨੇ ਉਹਦੇ ਵਿੱਚੋਂ ਇਹ ਆਊਟਰ ਵਾਲ ਹੁੰਦੀ ਆ ਹਿਊਮਨ ਹਾਰਟ ਦੀ। ਆਪਾਂ ਡਾਇਗਰਾਮਸ ਤੋਂ ਆਰਾਮ ਨਾਲ ਸਮਝ ਲਾਂਗੇ। ਪਲਮੋਨਰੀ ਆਰਟਰੀ ਐਂਡ ਇਟਸ ਬ੍ਰਾਂਚਿਸ deliver blood in CO2 lacking in oxygen to the capillaries that surround in the air sacs। ਮਤਲਬ ਪਲਮੋਨਰੀ ਆਰਟਰੀ ਕੀ ਕਰਦੀ ਹੈ ਇਹ ਡੀਆਕਸੀਜਨੇਟਡ ਬਲੱਡ ਹੁੰਦਾ ਨਾ ਜਿਹੜਾ ਉਹਨੂੰ ਬਾਹਰ ਕੱਢਦੀ ਆ ਜਾਂ ਕਹਿ ਸਕਦੇ ਹਾਂ ਕਿ ਕਾਰਬਨ ਡਾਈਆਕਸਾਈਡ ਬਾਹਰ ਕੱਢਣ 'ਚ ਹੈਲਪ ਕਰਦੀ ਆ ਆਪਣੀ। ਪਲਮੋਨਰੀ ਸਰਕੂਲੇਸ਼ਨ ਕੀ ਕਰਦੀ ਆ ਦ ਸਰਕੂਲੇਸ਼ਨ ਆਫ ਦੀ ਬਲੱਡ ਥਰੂ ਦੀ ਲੰਗਸ। ਪਲਮੋਨਰੀ ਸਰਕੂਲੇਸ਼ਨ ਮਤਲਬ ਬਲੱਡ ਦੀ ਸਰਕੂਲੇਸ਼ਨ ਆਪਣੀ ਬਾਡੀ ਦੇ ਵਿੱਚ ਥਰੂ ਲੰਗਸ ਦੇ ਥਰੂ ਆਪਣੀ ਬਾਡੀ ਦੇ ਵਿੱਚ ਕਿਵੇਂ ਬਲੱਡ ਸਰਕੂਲੇਟ ਕਰਦਾ। ਪਲਮੋਨਰੀ ਵੀਨਸ ਦ ਵੀਨਸ ਦੈਟ ਰਿਟਰਨ ਆਕਸੀਜਨੇਟਡ ਬਲੱਡ ਫਰੋਮ ਦੀ ਲੰਗਸ ਟੂ ਦੀ ਲੈਫਟ ਆਰਟੀਐਮ। ਵੀਨਸ ਹੁੰਦੀਆਂ ਨੇ ਜਿਹੜੀਆਂ
ਬਲੱਡ ਨੂੰ ਰਿਟਰਨ ਕਰਦੀਆਂ ਨੇ ਟੂ ਦੀ ਲੈਫਟ ਆਰਟੀਐਮ ਆਫ ਦੀ ਹਾਰਟ, ਠੀਕ ਹੈ। ਆਕਸੀਜਨੇਟਰ ਮਤਲਬ ਵੀਨਸ ਪਿਓਰ ਬਲੱਡ ਲੈ ਕੇ ਜਾਂਦੀਆਂ ਨੇ। ਸੁਪਰ ਵੀਨਾ ਕਾਵਾ, ਦ ਲਾਰਜੈਸਟ ਵੀਨ, ਇਹ ਲਾਰਜਰ ਵੀਨ ਹੁੰਦੀ ਹੈ ਜਿਹੜੀ ਬਲੱਡ ਨੂੰ ਕੈਰੀ ਕਰਦੀ ਆ ਫਰੋਮ ਦੀ ਹੈਡ, ਨੈਕ, ਆਰਮਸ ਐਂਡ ਚੈਸਟ ਟੂ ਦੀ ਹਾਰਟ। ਇਹ ਵਾਲੀ ਜਿਹੜੀ, ਇਹ ਯਾਦ ਰੱਖਿਓ, ਮੇਨ ਇੰਪੋਰਟੈਂਟ ਹੈ ਸੁਪਰ ਵੀਨਾ ਕਾਵਾ। ਇਹ ਕਿੱਥੋਂ ਕਿੱਥੋਂ ਬਲੱਡ ਲੈਂਦੀ ਆ? ਹੈਡ, ਨੈਕ, ਆਰਮਸ ਐਂਡ ਚੈਸਟ ਟੂ ਦੀ ਹਾਰਟ, ਹਾਰਟ ਨੂੰ ਦਿੰਦੀ ਹੈ ਲੈ ਕੇ, ਠੀਕ ਹੈ। ਸੁਪਰ ਵੀਨਾ ਕਾਵਾ। ਵੀਨਾ ਕਾਵਾ ਕੀ ਹੁੰਦੀ ਹੈ? ਇਕੱਲੀ ਵੀਨਾ ਕਾਵਾ ਜਿਹੜੀ ਹੋਗੀ ਉਸ 'ਚ ਆਏਗਾ ਅ ਲਾਰਜ ਵੀਨ ਵਿਚ ਰਿਟਰਨਸ ਬਲੱਡ ਫਰੋਮ ਦੀ ਹੈਡ, ਨੈਕ, ਐਕਸਟ੍ਰੀਮਿਟਸ ਟੂ ਦਾ ਹਾਰਟ। ਇਹ ਰਿਟਰਨ ਕਰਦੀ ਹੈ, ਮਤਲਬ ਸੁਪਰ ਵੀਨਾ ਕਾਵਾ ਇਹਨਾਂ ਤੋਂ ਹੈਡ, ਨੈਕ ਤੋਂ ਲੈ ਕੇ ਜਾਂਦੀ ਆ ਅਤੇ ਵੀਨਾ ਕਾਵਾ ਹਾਰਟ ਤੋਂ ਉਹਨਾਂ ਤੱਕ ਲੈ ਕੇ ਜਾਂਦੀ ਆ। ਓਕੇ, ਦੋਨੋਂ ਅਲੱਗ ਅਲੱਗ ਕਰਦੀਆਂ ਨੇ, ਇੱਕ ਲੈ ਕੇ ਆਉਂਦੀ ਹੈ, ਇੱਕ ਲੈ ਕੇ ਜਾਂਦੀ ਆ। ਬਸ ਫਰੈਂਡਸ, ਅੱਜ ਦੇ ਸੈਸ਼ਨ 'ਚ ਸਿਰਫ ਇੰਨਾ ਹੀ। ਅੱਜ ਆਪਾਂ ਇੱਥੇ ਤੱਕ ਕੀਤਾ ਐਂਡ ਬਾਕੀ ਕੱਲ੍ਹ ਕਰਾਂਗੇ ਆਪਾਂ। ਥੈਂਕ ਯੂ ਸੋ ਮਚ, ਗੋਡ ਬਲੈਸ ਯੂ। ਅਤੇ ਇਸ ਵੀਡੀਓ ਨੂੰ ਧਿਆਨ ਨਾਲ ਦੇਖਣਾ। ਕੱਲ੍ਹ ਆਪਾਂ ਹਾਰਟ ਦੀ ਡਾਇਗਰਾਮ ਵੀ ਲੈ ਕੇ ਆਵਾਂਗੇ ਸੋ ਦੈਟ ਉਹਦੇ ਵਿੱਚ ਚੰਗੀ ਤਰ੍ਹਾਂ ਸਮਝ ਆ ਸਕੇ। ਆਹ ਵਾਲੇ ਜਿਹੜੇ ਆਪਾਂ ਪਾਰਟਸ ਪੜ੍ਹੇ ਆ ਨਾ, ਇਹਨਾਂ ਨੂੰ ਆਪਾਂ ਕੱਲ੍ਹ ਦੁਬਾਰਾ ਰਿਵਾਈਜ਼ ਕਰਾਂਗੇ। ਅਤੇ ਮੇਰੀ ਪੁਰਾਣੀ ਵੀਡੀਓਜ਼ ਜ਼ਰੂਰ ਦੇਖਣਾ। ਅਤੇ ਐਂਡ ਅਗਲੇ ਸੈਸ਼ਨ ਦੇ ਵਿੱਚ ਜਦੋਂ ਆਪਣਾ ਇਹ ਕੰਪਲੀਟ ਹੋ ਗਿਆ, ਫਿਰ MCQs ਡਰਾਈਵ ਕਰਕੇ ਲੈ ਕੇ ਆਉਣੇ ਆ ਤੁਹਾਡੇ ਲਈ ਵਿਟਾਮਿਨਸ, ਡਿਜ਼ੀਜ਼ਸ ਦੇ ਉੱਤੇ, ਅਤੇ ਜਿਹੜੀਆਂ ਵੀ ਆਪਾਂ ਇੰਪੋਰਟੈਂਟ ਟਰਮਸ ਬਾਇਓਲੋਜੀ ਨਾਲ ਰਿਲੇਟਡ ਪੜ੍ਹੀਆਂ ਨੇ, ਠੀਕ ਹੈ। ਸਾਰੀਆਂ ਰਿਵਾਈਜ਼ ਕਰ ਲੈਣੀਆਂ। ਦੋ ਤਿੰਨ ਵੀਡੀਓਜ਼ ਨੇ ਜਿਹੜੀਆਂ ਮੇਰੀਆਂ ਪਈਆਂ ਨੇ YouTube ਦੇ ਉੱਤੇ, ਉਹਨਾਂ ਨੂੰ ਸਾਰੀਆਂ ਨੂੰ ਦੇਖ ਲੈਣਾ। ਗਿਲਜ਼ ਮੈਂਟੋਰ ਦੇ ਚੈਨਲ ਨੂੰ ਸਬਸਕ੍ਰਾਈਬ ਕਰਨਾ, ਸ਼ੇਅਰ ਕਰਨਾ, ਅਤੇ ਗਿਲਜ਼ ਮੈਂਟੋਰ ਦੀ ਐਪ ਨੂੰ ਡਾਊਨਲੋਡ ਕਰਕੇ ਆਪਣੇ ਟੈਸਟ ਤੁਸੀਂ ਦੇ ਸਕਦੇ ਹੋ। ਥੈਂਕ ਯੂ ਸੋ ਮਚ, ਗੋਡ ਬਲੈਸ ਯੂ, ਸਟੇ ਸੇਫ, ਸਟੇ ਐਟ ਹੋਮ।